ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ। ਮੈਂ ਰਿਤੇਸ਼ ਕੱਕੜ, ਸਾਇੰਸ ਮਾਸਟਰ, ਗੌਰਮੈਂਟ ਹਾਈ ਸਕੂਲ ਅਲਿਆਣਾ, ਜ਼ਿਲ੍ਹਾ ਫਾਜ਼ਿਲਕਾ। ਅੱਜ ਅਸੀਂ ਜਮਾਤ 8ਵੀਂ ਦਾ ਇੱਕ ਚੈਪਟਰ ਪੌਦਿਆਂ ਅਤੇ ਜੰਤੂਆਂ ਦਾ ਸੁਰੱਖਿਅਣ ਯਾਨੀ ਕਿ ਕੰਜ਼ਰਵੇਸ਼ਨ ਆਫ ਪਲਾਂਟਸ ਐਂਡ ਐਨੀਮਲਸ ਬਾਰੇ ਪੜ੍ਹਨ ਜਾ ਰਹੇ ਹਾਂ। ਤਾਂ ਆਓ ਆਪਾਂ ਦੇਖੀਏ। ਅੱਜ ਕੱਲ੍ਹ ਜਿਹੜਾ ਹੈ ਉਹ ਮਨੁੱਖ ਨੂੰ ਸਭ ਤੋਂ ਜ਼ਿਆਦਾ ਖਤਰਾ ਹੈਗਾ ਹੈ ਉਹ ਪੇੜਾਂ ਦੇ ਕੱਟਣ ਦੇ ਨਾਲ। ਤਾਂ ਇਸ ਪੇੜਾਂ ਨੂੰ ਕੱਟਣ ਦੀ ਗਤੀਵਿਧੀ ਨੂੰ ਆਪਾਂ ਕਹਿੰਦੇ ਹਾਂ ਜੰਗਲਾਂ ਦੀ ਕਟਾਈ ਯਾਨੀ ਕਿ ਡੀਫੋਰੈਸਟੇਸ਼ਨ। ਡੀਫੋਰੈਸਟੇਸ਼ਨ ਕੀ ਹੁੰਦਾ ਹੈ ਕਿ ਆਪਾਂ ਜਿਹੜਾ ਹੈ ਉਹ ਪੇੜਾਂ ਨੂੰ ਕੱਟ ਦਿੰਦੇ ਹਾਂ ਆਪਣੇ ਫਾਇਦੇ ਵਾਸਤੇ ਜਾਂ ਕੁਝ ਹੋਰ ਮਨੁੱਖੀ ਗਤੀਵਿਧੀਆਂ ਵਾਸਤੇ। ਇਸ ਦਾ ਨਤੀਜਾ ਕੀ ਹੋਏਗਾ? ਇਸ ਦਾ ਨਤੀਜਾ ਹੋਏਗਾ ਸੋਇਲ ਇਰੋਜ਼ਨ, ਡਿਕਰੀਮੈਂਟ ਇਨ ਆਕਸੀਜਨ ਲੈਵਲ, ਡਿਸਟਰਬੈਂਸ ਟੂ ਹੈਬੀਟੇਟ ਅਤੇ ਡਰਾਟਸ। ਯਾਨੀ ਕਿ ਸੋਇਲ ਇਰੋਜ਼ਨ ਦਾ ਮਤਲਬ ਆਪਣੇ ਕੋਲ ਮਾਰੂਥਲੀਕਰਨ, ਜਿਸ ਦੇ ਵਿੱਚ ਆਪਣੇ ਕੋਲ ਜਿਹੜੀ ਪੇੜ ਵੱਢਣ ਦੇ ਨਾਲ ਮਿੱਟੀ ਦੇ ਵਿੱਚ ਇੱਕ ਠਹਿਰਾਵ ਖਤਮ ਹੋ ਜਾਂਦਾ ਹੈ। ਦੂਸਰਾ ਡਿਕਰੀਮੈਂਟ ਇਨ ਆਕਸੀਜਨ ਲੈਵਲ, ਇਸ ਦੇ ਵਿੱਚ ਸਾਡੇ ਕੋਲ ਆਕਸੀਜਨ ਦੀ ਮਾਤਰਾ ਜਿਹੜੀ ਵਾਯੂਮੰਡਲ ਦੇ ਵਿੱਚ ਹੈਗੀ ਹੈ ਉਸ ਦੇ ਵਿੱਚ ਗਿਰਾਵਟ ਆਉਂਦੀ ਹੈ, ਜਿਸ ਕਾਰਨ ਸਾਨੂੰ ਸਾਹ ਲੈਣ 'ਚ ਵੀ ਦਿੱਕਤ ਹੋ ਸਕਦੀ ਹੈ। ਤੀਸਰਾ ਡਿਸਟਰਬੈਂਸ ਟੂ ਹੈਬੀਟੇਟ ਦੇ ਵਿੱਚ ਜਿੰਨੇ ਵੀ ਆਪਣੇ ਕੋਲ ਅਲੱਗ-ਅਲੱਗ ਪ੍ਰਜਾਤੀਆਂ ਨੇ ਉਹਨਾਂ ਦੇ ਰਹਿਣ ਸਹਿਣ ਦੇ ਵਿੱਚ ਵੀ ਜਿਹੜਾ ਹੈ ਉਹ ਦਿੱਕਤ ਆਉਂਦੀ ਹੈ। ਚੌਥਾ ਡਰਾਟਸ ਦਾ ਮਤਲਬ ਕਿ ਸੁੱਕਾ ਪੈ ਜਾਂਦਾ ਹੈ, ਬਾਰਿਸ਼ ਨਹੀਂ ਆਉਂਦੀ, ਉਸ ਕਾਰਨ ਹੋਰ ਵੀ ਉਸ ਤੋਂ ਬੜੀ ਹੀ ਭਿਆਨਕ ਜਿਹੜੀ ਹੈ ਉਹ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਨੇ। ਇਸ ਤੋਂ ਬਾਅਦ ਆਪਣੇ ਕੋਲ ਇੱਕ ਸਵਾਲ ਉੱਠਦਾ ਹੈ। ਆਪਣੇ ਕੋਲ ਇੰਨਾ ਤਾਂ ਪਤਾ ਲੱਗ ਗਿਆ ਕਿ ਆਪਾਂ ਨੂੰ ਪੇੜਾਂ ਨੂੰ ਬਚਾਉਣ ਦੀ ਬਹੁਤ ਹੀ ਜ਼ਿਆਦਾ ਲੋੜ ਹੈਗੀ ਹੈ, ਲੇਕਿਨ ਆਖਿਰਕਾਰ ਕਿਵੇਂ? ਕਿਉਂਕਿ ਨਾ ਸਿਰਫ ਉਹਨਾਂ ਪੇੜਾਂ ਰਾਹੀਂ ਕੁਝ ਹੋਰ ਸਮੱਸਿਆਵਾਂ ਆ ਰਹੀਆਂ ਨੇ, ਬਲਕਿ ਇਸ ਦੇ ਨਾਲ ਅਲੱਗ-ਅਲੱਗ ਜੀਵ ਜੰਤੂਆਂ ਦੇ ਘਰ ਵੀ ਉਜੜ ਰਹੇ ਨੇ। ਤਾਂ ਇਹਨਾਂ ਸਾਰੀ ਸਮੱਸਿਆਵਾਂ ਦਾ ਹੱਲ ਕਰਨ ਵਾਸਤੇ ਆਪਣੇ ਕੋਲ 3 ਅਜਿਹੀ ਸਰਕਾਰ ਦੁਆਰਾ ਚਲਾਈਆਂ ਗਈਆਂ ਜਾਂ ਬਣਾਈਆਂ ਗਈਆਂ ਜਗ੍ਹਾਵਾਂ ਨੇ, ਜਿਸ ਦੇ ਨਾਲ ਅਸੀਂ ਇਹਨਾਂ ਜੰਗਲਾਂ ਅਤੇ ਪ੍ਰਜਾਤੀਆਂ ਦਾ ਜਿਹੜਾ ਹੈ ਉਹ ਬਚਾਵ ਕਰ ਸਕਦੇ ਹਾਂ। ਪਹਿਲੀ ਹੈ ਬਾਇਓਸਫੀਅਰ ਰਿਜ਼ਰਵ, ਜਿਸ ਨੂੰ ਅਸੀਂ ਜੀਵ ਮੰਡਲ ਰਿਜ਼ਰਵ ਆਖਦੇ ਹਾਂ। ਦੂਸਰੀ ਹੈ ਵਾਈਲਡ ਲਾਈਫ ਸੈਂਚੁਰੀ। ਤੀਸਰੀ ਹੈ ਨੈਸ਼ਨਲ ਪਾਰਕਸ ਯਾਨੀ ਕਿ ਰਾਸ਼ਟਰੀ ਪਾਰਕ। ਠੀਕ ਹੈ ਜੀ। ਤਾਂ ਆਓ ਜਰਾ ਦੇਖੀਏ। ਇਹਨਾਂ ਤਿੰਨਾਂ ਨੂੰ ਪੜ੍ਹਨ ਤੋਂ ਪਹਿਲਾਂ ਆਪਣੇ ਕੋਲ ਇੱਕ ਜਿਹੜਾ ਹੈ ਪਰਿਭਾਸ਼ਾ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਬਾਇਓਡਾਇਵਰਸਿਟੀ। ਬਾਇਓਡਾਇਵਰਸਿਟੀ ਕੀ ਹੁੰਦਾ ਹੈ? ਬਾਇਓਡਾਇਵਰਸਿਟੀ ਅਸਲ ਦੇ ਵਿੱਚ 2 ਅੱਖਰਾਂ ਦੇ ਮੇਲ ਤੋਂ ਬਣਿਆ ਹੈ। ਪਹਿਲਾ ਅੱਖਰ ਬਾਇਓਲੋਜੀਕਲ, ਦੂਜਾ ਅੱਖਰ ਡਾਇਵਰਸਿਟੀ। ਬਾਇਓਲੋਜੀਕਲ ਡਾਇਵਰਸਿਟੀ, ਇਸ ਦਾ ਮਤਲਬ ਕੀ ਹੈ?
ਇਸ ਦਾ ਮਤਲਬ ਹੈ ਕਿ ਧਰਤੀ ਉੱਤੇ ਜਿੰਨੇ ਵੀ ਤਰੀਕੇ ਦੀ ਆਪਣੇ ਕੋਲ ਵਰਾਇਟੀ ਮਿਲਦੀ ਹੈ, ਚਾਹੇ ਉਹ ਪੇੜ ਹੋਣ, ਚਾਹੇ ਉਹ ਪੌਦੇ ਹੋਣ, ਕਿਸੇ ਵੀ ਤਰੀਕੇ ਦੀ ਪ੍ਰਜਾਤੀ ਹੋਵੇ, ਉਹਦੀ ਜਿੰਨੀ ਵੀ ਵਰਾਇਟੀ ਹੋਏਗੀ ਉਸ ਨੂੰ ਅਸੀਂ ਕਹਿੰਦੇ ਹਾਂ ਬਾਇਓ ਡਾਇਵਰਸਿਟੀ। ਠੀਕ ਹੈ ਜੀ। ਫਿਰ ਆਪਾਂ ਜਿਵੇਂ ਕਿ ਹੁਣੇ ਕੀਤਾ ਕਿ ਆਪਣੇ ਕੋਲ ਜੀਵ ਮੰਡਲ ਰਿਜ਼ਰਵ ਬਾਰੇ ਆਪਾਂ ਪੜ੍ਹਨਾ ਹੈ, ਜਿਹੜਾ ਕਿ ਅਲੱਗ-ਅਲੱਗ ਪ੍ਰਜਾਤੀਆਂ ਦੇ ਸੁਰੱਖਿਅਣ ਦੇ ਵਿੱਚ ਇੱਕ ਬਹੁਤ ਹੀ ਅਹਿਮ ਰੋਲ ਨਿਭਾਉਂਦਾ ਹੈ। ਜੀਵ ਮੰਡਲ ਰਿਜ਼ਰਵ ਕੀ ਹੁੰਦਾ ਹੈ? ਬਾਇਓਸਫੀਅਰ ਰਿਜ਼ਰਵ। ਜੀਵ ਮੰਡਲ ਰਿਜ਼ਰਵ ਹੁੰਦਾ ਹੈ ਜੰਗਲੀ ਜੀਵਨ ਦੇ ਸੁਰੱਖਿਅਣ ਲਈ ਬਚਾ ਕੇ ਰੱਖਿਆ ਉਹ ਵਿਸ਼ਾਲ ਖੇਤਰ ਜਿੱਥੇ ਪੌਦਿਆਂ, ਜੰਤੂਆਂ ਅਤੇ ਆਦਿਵਾਸੀਆਂ ਨੂੰ ਪਾਰੰਪਰਿਕ ਜੀਵਨ ਢੰਗਾਂ ਅਨੁਸਾਰ ਜਿਉਂਦੇ ਰਹਿਣ ਲਈ ਰਾਖਵਾਂ ਰੱਖਿਆ ਜਾਂਦਾ ਹੈ। ਮਤਲਬ ਕਿ ਇਹ ਜੇ ਆਪਣੇ ਕੋਲ ਪ੍ਰੋਟੈਕਟਡ ਲੈਂਡ ਜਿਹੜੇ ਕਿ ਕੰਜ਼ਰਵੇਸ਼ਨ ਆਫ ਵਾਈਲਡ ਲਾਈਫ, ਪਲਾਂਟ, ਐਨੀਮਲ ਅਤੇ ਟ੍ਰੈਡੀਸ਼ਨਲ ਲਾਈਫ ਆਫ ਟਰਾਈਬਲਸ ਜਿਹੜੇ ਕਿ ਉਸ ਏਰੀਏ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਬਚਾ ਕੇ ਰੱਖਦੇ ਨੇ। ਠੀਕ ਹੈ। ਅਤੇ ਹੁਣ ਉਹਨਾਂ ਨੂੰ ਜੇ ਬਚਾ ਕੇ ਰੱਖਦੇ ਨੇ ਤਾਂ ਇਹਦਾ ਮਤਲਬ ਕਿ ਆਪਾਂ ਆਪਣੀ ਸਾਰੀ ਵਾਈਲਡ ਲਾਈਫ, ਸਾਰੀ ਪ੍ਰਜਾਤੀਆਂ ਨੂੰ ਜਿਹੜਾ ਹੈ ਉਹ ਆਪਾਂ ਸੁਰੱਖਿਅਤ ਕਰ ਸਕਦੇ ਹਾਂ। ਹੁਣ ਸੁਰੱਖਿਅਤ ਕਰਨ ਦੀ ਲੋੜ ਕਿਉਂ ਹੈ? ਸੁਰੱਖਿਅਤ ਕਰਨ ਦੀ ਇਸ ਕਰਕੇ ਲੋੜ ਹੈ ਕਿਉਂਕਿ ਐਨੀਮਲ ਅਤੇ ਪਲਾਂਟ, ਪੇੜ ਅਤੇ ਪੌਦੇ ਆਪਣੇ ਆਪਣੇ ਨੈਚੁਰਲ ਵਾਤਾਵਰਨ ਦੇ ਵਿੱਚ ਹੀ ਰਹਿਣਾ ਪਸੰਦ ਕਰਦੇ ਨੇ, ਤਾਂ ਇਹਨਾਂ ਨੂੰ ਆਪਾਂ ਨੂੰ ਡਿਸਟਰਬ ਨਹੀਂ ਕਰਨਾ ਚਾਹੀਦਾ। ਜਿਹੜੇ ਕਿ ਪਲਾਂਟ ਸਿਰਫ ਇੱਕ ਪਰਟੀਕੂਲਰ ਏਰੀਆ ਦੇ ਵਿੱਚ ਹੀ ਰਹਿੰਦੇ ਨੇ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਫਲੋਰਾ, ਅਤੇ ਜਿਹੜੇ ਜਾਨਵਰ ਇੱਕ ਪਰਟੀਕੂਲਰ ਏਰੀਆ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਫੋਨਾ। ਫਲੋਰਾ ਅਤੇ ਫੋਨਾ ਆਪਣੇ ਕੋਲ ਉਹ ਪੌਦੇ ਅਤੇ ਜਾਨਵਰ ਨੇ ਜਿਹੜੇ ਕਿ ਸਿਰਫ ਇੱਕ ਪਰਟੀਕੂਲਰ, ਇੱਕ ਖਾਸ ਜਗ੍ਹਾ ਦੇ ਉੱਤੇ ਹੀ ਪਾਏ ਜਾਂਦੇ ਨੇ, ਇੱਕ ਪਰਟੀਕੂਲਰ ਏਰੀਆ ਦੇ ਵਿੱਚ। ਫਿਰ ਆਪਣੇ ਕੋਲ ਇੱਕ ਡੈਫੀਨੇਸ਼ਨ ਆਉਂਦੀ ਹੈ, ਉਹ ਆਉਂਦੀ ਹੈ ਸਪੀਸ਼ੀਜ਼ ਦੀ। ਕੀ ਹੁੰਦਾ ਹੈ? ਅਜਿਹੀ ਆਪਣੇ ਕੋਲ ਪਾਪੂਲੇਸ਼ਨ ਜਿਹੜੀ ਕਿ ਆਪਸੀ ਪ੍ਰਜਨਨ ਦੇ ਵਿੱਚ ਕੈਪੇਬਲ ਹੋਵੇ, ਆਪਸੀ ਪ੍ਰਜਨਨ ਜਿਨ੍ਹਾਂ ਦੇ ਵਿੱਚ ਹੋ ਸਕੇ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਸਪੀਸ਼ੀਜ਼। ਐਂਡੈਮਿਕ ਸਪੀਸ਼ੀਜ਼ ਕਿਹੜੀਆਂ ਹੁੰਦੀਆਂ ਨੇ? ਐਂਡੈਮਿਕ ਸਪੀਸ਼ੀਜ਼ ਉਹ ਸਪੀਸ਼ੀਜ਼ ਹੁੰਦੀਆਂ ਨੇ, ਇਸ ਨੂੰ ਆਪਾਂ ਖਾਸ ਸਥਾਨਕ ਪ੍ਰਜਾਤੀਆਂ ਵੀ ਕਹਿ ਦਿੰਦੇ ਹਾਂ। ਨਾਮ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਪੌਦਿਆਂ ਅਤੇ ਜਾਨਵਰਾਂ ਦੀ ਉਹ ਪ੍ਰਜਾਤੀਆਂ ਜਿਹੜੀ ਕਿ ਸਿਰਫ ਅਤੇ ਸਿਰਫ ਇੱਕ ਖਾਸ ਖੇਤਰ ਦੇ ਵਿੱਚ ਹੀ ਪਾਈ ਜਾਂਦੀਆਂ ਨੇ ਉਸ ਨੂੰ ਅਸੀਂ ਕੀ ਕਹਿੰਦੇ ਹਾਂ? ਜਿਹੜਾ ਹੈ ਖਾਸ ਸਥਾਨਕ ਪ੍ਰਜਾਤੀਆਂ, ਯਾਨੀ ਕਿ ਐਂਡੈਮਿਕ ਸਪੀਸ਼ੀਜ਼। ਜਿਵੇਂ ਕਿ ਵਾਈਲਡ ਮੈਂਗੋਸ, ਜੰਗਲੀ ਅੰਬ ਹੋ ਗਏ, ਨੀਲਗਿਰੀ ਤਾਹਰ, ਇਹ ਸਾਰੇ ਦੇ ਸਾਰੇ ਆਪਣੇ ਕੋਲ ਕੀ ਨੇ? ਐਂਡੈਮਿਕ ਸਪੀਸ਼ੀਜ਼ ਨੇ। ਫਿਰ ਜਿਹੜਾ ਆਪਾਂ ਦੂਸਰਾ ਇਸ ਤਰੀਕੇ ਦਾ ਖੇਤਰ ਪੜ੍ਹਿਆ ਸੀ ਜਿਹੜਾ ਕਿ ਵਾਈਲਡ ਲਾਈਫ ਨੂੰ ਬਚਾਉਣ ਦੇ ਵਿੱਚ ਇੱਕ ਬਹੁਤ ਹੀ ਅਹਿਮ ਰੋਲ ਨਿਭਾਉਂਦਾ ਹੈ, ਉਹ ਹੈ ਆਪਣੇ ਕੋਲ ਵਾਈਲਡ ਲਾਈਫ ਸੈਂਚੁਰੀਜ਼, ਜਿਸ ਨੂੰ ਅਸੀਂ ਜੰਗਲੀ ਜੀਵ ਰੱਖਾਂ ਵੀ ਕਹਿ ਦਿੰਦੇ ਹਾਂ। ਕੀ ਹੁੰਦਾ ਹੈ ਵਾਈਲਡ ਲਾਈਫ ਸੈਂਚੁਰੀਜ਼? places where animals are protected so that there is no disturbance to their habitat। ਉਹ ਖੇਤਰ ਜਿੱਥੇ ਜੰਤੂਆਂ ਅਤੇ ਉਹਨਾਂ ਦੇ ਨਿਵਾਸ ਸਥਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਖਲ ਅੰਦਾਜ਼ੀ ਤੋਂ ਬਚਾ ਕੇ ਰੱਖਿਆ ਜਾਂਦਾ ਹੈ। ਉਹਨਾਂ
ਜਗ੍ਹਾਵਾਂ ਨੂੰ ਜਾਂ ਉਹਨਾਂ ਖੇਤਰਾਂ ਨੂੰ ਅਸੀਂ ਕੀ ਕਹਿੰਦੇ ਹਾਂ, ਵਾਈਲਡ ਲਾਈਫ ਸੈਂਚੁਰੀਜ਼ ਕਹਿੰਦੇ ਹਾਂ। ਜਿਹੜੇ ਕਿ ਲੋਕ ਉਹਨਾਂ ਵਾਈਲਡ ਲਾਈਫ ਸੈਂਚੁਰੀਜ਼ ਦੇ ਵਿੱਚ ਰਹਿੰਦੇ ਨੇ, ਉਹਨਾਂ ਨੂੰ ਉਹਨਾਂ ਪੇੜਾਂ ਤੋਂ ਮਿਲਣ ਵਾਲੀਆਂ ਸਾਰੀਆਂ ਚੀਜ਼ਾਂ ਲੈਣ ਦਾ ਹੱਕ ਦਿੱਤਾ ਜਾਂਦਾ ਹੈ। ਪਰ ਇਹ ਵਾਈਲਡ ਲਾਈਫ ਸੈਂਚੁਰੀਜ਼, ਇਹ ਪ੍ਰੋਟੈਕਟਿਡ ਜਿਹੜੇ ਜੰਗਲ ਨੇ ਆਪਣੇ ਕੋਲ, ਇਹ ਵੀ ਸੇਫ ਨਹੀਂ ਹਨ। ਇਸ ਦੇ ਪਿੱਛੇ ਕਾਰਨ ਇਹ ਹੈ ਕਿ ਆਲੇ ਦੁਆਲੇ ਦੇ ਵਾਈਲਡ ਲਾਈਫ ਸੈਂਚੁਰੀਜ਼ ਦੇ ਆਲੇ ਦੁਆਲੇ ਦੇ ਲੋਕ ਜਿਹੜੇ ਹਨ, ਉਹ ਇਹਨਾਂ ਵਾਈਲਡ ਲਾਈਫ ਸੈਂਚੁਰੀਜ਼ ਦੇ ਵਿੱਚ ਵੜ ਜਾਂਦੇ ਹਨ ਅਤੇ ਇਹਨਾਂ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਫਿਰ ਉਹ ਇਹਨਾਂ ਉੱਤੇ ਕਬਜ਼ਾ ਕਰਕੇ ਜਿੰਨੀਆਂ ਵੀ ਵਸਤੂਆਂ ਜਿਹੜੀ ਕਿ ਆਪਣੇ ਕੋਲ ਜੰਗਲਾਂ ਤੋਂ ਮਿਲਦੀਆਂ ਹਨ, ਉਹ ਲੈ ਲੈਂਦੇ ਹਨ। ਜੇ ਉਹਨਾਂ ਵਸਤੂਆਂ ਵਾਸਤੇ ਇਹਨਾਂ ਜੰਗਲਾਂ ਨੂੰ ਨੁਕਸਾਨ ਵੀ ਪਹੁੰਚਾਉਣਾ ਪਵੇ ਤਾਂ ਉਹ ਇਹਨਾਂ ਇਸ ਕੰਮ ਦੇ ਵਿੱਚ ਪਿੱਛੇ ਨਹੀਂ ਹਟਦੇ। ਠੀਕ ਹੈ, ਤਾਂ ਆਪਣੇ ਕੋਲ ਵਾਈਲਡ ਲਾਈਫ ਸੈਂਚੁਰੀਜ਼ ਵੀ ਆਪਣੇ ਕੋਲ ਸੇਫ ਨਹੀਂ ਹੈਗੀਆਂ। ਫਿਰ ਆਪਣੇ ਕੋਲ ਆਉਂਦਾ ਹੈ ਨੈਸ਼ਨਲ ਪਾਰਕ ਜਾਂ ਫਿਰ ਰਾਸ਼ਟਰੀ ਪਾਰਕ। ਉਹ ਖੇਤਰ ਜੋ ਜੰਗਲੀ ਜੀਵਾਂ ਲਈ ਰਾਖਵਾਂ ਖੇਤਰ ਹੁੰਦਾ ਹੈ, ਜਿੱਥੇ ਉਹ ਸੁਤੰਤਰਤਾ ਨਾਲ ਆਪਣੇ ਨਿਵਾਸ ਸਥਾਨਾਂ ਅਤੇ ਹੋਰ ਕੁਦਰਤੀ ਸਰੋਤਾਂ ਦੀ ਵਰਤੋਂ ਕਰ ਸਕਦੇ ਹਨ। ਮਤਲਬ ਇਹ ਜਿਹੇ ਏਰੀਆਜ਼ ਜਿੱਥੇ ਵਾਈਲਡ ਲਾਈਫ ਆਪਣਾ ਖੁੱਲ੍ਹ ਕੇ ਆਪਣੇ ਸਥਾਨ ਅਤੇ ਹੈਬੀਟੈਟ ਜਾਂ ਫਿਰ ਹੋਰ ਕੁਦਰਤੀ ਸਰੋਤ ਜਿੰਨੇ ਵੀ ਨੇ, ਉਸ ਦਾ ਖੁੱਲ੍ਹ ਕੇ ਵਰਤੋਂ ਕਰ ਸਕਦੇ ਨੇ, ਉਹਨਾਂ ਜਗ੍ਹਾਵਾਂ ਨੂੰ ਅਸੀਂ ਕਹਿੰਦੇ ਹਾਂ ਨੈਸ਼ਨਲ ਪਾਰਕ ਜਾਂ ਫਿਰ ਰਾਸ਼ਟਰੀ ਪਾਰਕ। ਪਰ ਆਪਾਂ ਨੂੰ ਨੈਸ਼ਨਲ ਪਾਰਕ ਦੀ ਜਾਂ ਫਿਰ ਰਾਸ਼ਟਰੀ ਪਾਰਕ ਦੀ ਲੋੜ ਹੀ ਕਿਉਂ ਹੈ? ਇਸ ਦਾ ਜਵਾਬ ਹੈ ਕਿ ਕੁਦਰਤ ਨੂੰ ਆਪਣੇ ਅਨੁਸਾਰ ਜੀਣ ਅਤੇ ਆਪਣੇ ਅਨੁਸਾਰ ਵਧਣ ਦਾ ਪੂਰਾ ਹੱਕ ਹੈ, ਅਤੇ ਇਸ ਹੱਕ ਦੇ ਵਿੱਚ ਮਨੁੱਖ ਜਿਹੜਾ ਹੈ ਉਹ ਇੰਟਰਫੇਅਰ ਨਹੀਂ ਕਰ ਸਕਦਾ। ਤਾਂ ਕਰਕੇ ਨੈਸ਼ਨਲ ਪਾਰਕ ਦੇ ਵਿੱਚ ਜਿਹੜਾ ਕਿ ਵਾਈਲਡ ਲਾਈਫ ਹੈ, ਉਹ ਕੁਦਰਤੀ ਸਰੋਤਾਂ ਦੀ ਵਰਤੋਂ ਖੁੱਲ੍ਹ ਕੇ ਕਰ ਸਕਦੇ ਨੇ। ਠੀਕ ਹੈ, ਫਿਰ ਆਪਣੇ ਕੋਲ ਆਪਾਂ ਜੀਵ ਮੰਡਲੀ ਰਿਜ਼ਰਵ ਵੀ ਦੇਖ ਲਿਆ, ਆਪਾਂ ਜਿਹੜਾ ਹੈ ਉਹ ਵਾਈਲਡ ਲਾਈਫ ਸੈਂਚੁਰੀ ਵੀ ਵੇਖ ਲਈ, ਯਾਨੀ ਕਿ ਜੰਗਲੀ ਜੀਵ ਰੱਖਾਂ ਵੀ ਦੇਖ ਲਏ, ਰਾਸ਼ਟਰੀ ਪਾਰਕ ਵੀ ਦੇਖ ਲਏ। ਪਰ ਅਜਿਹੀ ਕਈ ਪ੍ਰਜਾਤੀਆਂ ਨੇ ਜਿਹੜਾ ਕਿ ਖਤਮ ਹੋਣ ਦੀ ਕਗਾਰ ਤੱਕ ਪਹੁੰਚ ਚੁੱਕੀਆਂ ਨੇ। ਬੜੀ ਪ੍ਰਜਾਤੀਆਂ ਨੇ, ਜਿਵੇਂ ਕਿ ਤੁਸੀਂ ਦੇਖ ਪਾ ਰਹੇ ਹੋ, ਇੱਕ ਸ਼ੇਰ ਦਿਖ ਰਿਹਾ ਹੈ ਤੁਹਾਨੂੰ, ਉਸ ਦੇ ਨਾਲ ਹੀ ਇੱਕ ਬਾਰਾਸਿੰਗਾ ਦਿਖ ਰਿਹਾ ਹੈ। ਤਾਂ ਇਸ ਤਰੀਕੇ ਦੀ ਪ੍ਰਜਾਤੀਆਂ ਜਿਹੜੀ ਕਿ ਖਤਮ ਹੋਣ ਦੀ ਕਗਾਰ 'ਤੇ ਨੇ, ਇਸ ਤਰੀਕੇ ਦੀ ਪ੍ਰਜਾਤੀਆਂ ਨੂੰ ਆਪਾਂ ਕਹਿੰਦੇ ਹਾਂ ਐਂਡੇਂਜਰਡ ਸਪੀਸ਼ੀਜ਼। ਇਹ ਉਹ ਪ੍ਰਜਾਤੀਆਂ ਨੇ ਜਿਹੜੀ ਕਿ ਖਤਮ ਹੋਣ ਦੀ ਕਗਾਰ 'ਤੇ ਪਈਆਂ ਹੋਈਆਂ ਨੇ, ਮਤਲਬ ਕਿ ਸੰਕਟਕਾਲੀਨ ਪ੍ਰਜਾਤੀਆਂ ਨੇ। ਜੇ ਇਹਨਾਂ ਦੀ ਸੁਰੱਖਿਆ ਨਹੀਂ ਕੀਤੀ ਗਈ ਤਾਂ ਇਹ ਪ੍ਰਜਾਤੀਆਂ ਆਉਣ ਵਾਲੇ ਟਾਈਮ ਦੇ ਵਿੱਚ ਉਹ ਲੁਪਤ ਹੋ ਸਕਦੀਆਂ ਨੇ। ਅਤੇ ਕਈ ਸਾਡੇ ਕੋਲ ਇੰਨੀਆਂ ਵੀ ਪ੍ਰਜਾਤੀਆਂ ਨੇ ਜਿਹੜੀਆਂ ਲੁਪਤ ਹੋ ਚੁੱਕੀਆਂ ਨੇ, ਜਿਵੇਂ ਕਿ ਡਾਇਨਾਸੌਰ। ਉਹ ਆਪਣੇ ਕੋਲ ਕਰੋੜਾਂ ਸਾਲ ਪਹਿਲੇ ਉਹ ਅਲੋਪ ਹੋ ਚੁੱਕੇ ਹਨ, ਅਤੇ ਇਹ ਪ੍ਰਜਾਤੀਆਂ ਸੰਕਟਕਾਲੀਨ ਵਾਲੀਆਂ, ਜੇ ਇਹਨਾਂ ਦੀ ਰੱਖ ਰਖਾਵ ਅਤੇ ਸਾਂਭ ਸੰਭਾਲ ਸਹੀ ਤਰੀਕੇ ਨਾਲ ਨਾ ਕੀਤੀ ਗਈ ਤਾਂ ਇਹ ਪ੍ਰਜਾਤੀਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ
ਅਲੋਪ ਹੋ ਸਕਦੀਆਂ ਹਨ। ਠੀਕ ਹੈ, ਤਾਂ ਸ਼ੇਰ ਅਲੋਪ ਨਾ ਹੋਣ ਤਾਂ ਉਹਨਾਂ ਦੀ ਸੁਰੱਖਿਆ ਵਾਸਤੇ ਸਰਕਾਰ ਨੇ ਇੱਕ ਪ੍ਰੋਜੈਕਟ ਚਲਾਇਆ, ਇੱਕ ਮੁਹਿੰਮ ਚਲਾਈ, ਜਿਸ ਨੂੰ ਨਾਮ ਦਿੱਤਾ ਗਿਆ ਪ੍ਰੋਜੈਕਟ ਟਾਈਗਰ। ਇਸ ਪ੍ਰੋਜੈਕਟ ਟਾਈਗਰ ਦਾ ਕੀ ਕੰਮ ਸੀ? ਇਸ ਪ੍ਰੋਜੈਕਟ ਟਾਈਗਰ ਦਾ ਕੰਮ ਸੀ ਸ਼ੇਰਾਂ ਦੀ ਪੋਪੂਲੇਸ਼ਨ ਨੂੰ ਬਚਾਉਣਾ ਅਤੇ ਉਹਨਾਂ ਦੇ ਰੱਖ ਰਖਾਵ ਨੂੰ ਪ੍ਰੋਪਰਲੀ ਦੇਖਣਾ ਕਿ ਕੀ ਉਹਨਾਂ ਦਾ ਰੱਖ ਰਖਾਵ ਸਹੀ ਤਰੀਕੇ ਨਾਲ ਹੋ ਰਿਹਾ ਹੈ, ਕਿ ਕੁਝ ਐਸੀ ਕਿਰਿਆਵਾਂ ਤਾਂ ਨਹੀਂ ਹੋ ਰਹੀਆਂ ਜਿਸ ਕਾਰਨ ਉਹਨਾਂ ਦੀ ਜਿਹੜੀ ਜਨਸੰਖਿਆ ਹੈ ਉਹ ਘਟ ਰਹੀ ਹੈ। ਤਾਂ ਇਸ ਦਾ ਨਤੀਜਾ ਕੀ ਨਿਕਲ ਕੇ ਆਇਆ, ਆਊਟਪੁੱਟ ਕੀ ਨਿਕਲ ਕੇ ਆਈ? ਟਾਈਗਰ ਪਾਪੂਲੇਸ਼ਨ ਇੰਕਰੀਜ਼ਡ, ਕਿ ਜਿਹੜੀ ਸ਼ੇਰਾਂ ਦੀ ਜਿਹੜੀ ਜਨਸੰਖਿਆ ਸੀ ਉਹ ਵੱਧ ਗਈ। ਪਰ ਨਾ ਸਿਰਫ ਵੱਡੇ ਜਾਨਵਰ ਖਤਰੇ ਦੇ ਵਿੱਚ ਨੇ ਜਾਂ ਫਿਰ ਸੰਕਟਕਾਲੀਨ ਸਥਿਤੀਆਂ ਦੇ ਵਿੱਚ ਨੇ, ਬਲਕਿ ਜਿਹੜੀ ਛੋਟੀ ਪ੍ਰਜਾਤੀਆਂ ਨੇ ਉਹ ਜ਼ਿਆਦਾ ਖਤਰੇ ਦੀ ਸਥਿਤੀ ਵਿੱਚ ਨੇ। ਕਿਉਂ? ਕਿਉਂਕਿ ਉਹਨਾਂ ਦਾ ਜਿਹੜਾ ਸਾਈਜ਼ ਹੈ, ਜਿਹੜਾ ਆਕਾਰ ਹੈ, ਉਹ ਬਹੁਤ ਹੀ ਛੋਟਾ ਹੈ। ਪਰ ਆਕਾਰ ਛੋਟਾ ਚਾਹੇ ਹੈ ਇਹਨਾਂ ਪ੍ਰਜਾਤੀਆਂ ਦਾ, ਪਰ ਇਹਨਾਂ ਦਾ ਰੋਲ ਜਿਹੜਾ ਹੈ ਉਹ ਈਕੋਸਿਸਟਮ ਦੇ ਵਿੱਚ ਇਗਨੋਰ ਨਹੀਂ ਕੀਤਾ ਜਾ ਸਕਦਾ। ਹੁਣ ਈਕੋਸਿਸਟਮ ਕੀ ਹੈ? ਈਕੋਸਿਸਟਮ ਆਪਣੇ ਕੋਲ ਉਹ ਇੱਕ ਸਿਸਟਮ ਹੈ ਜਿਸ ਦੇ ਵਿੱਚ ਆਪਣੇ ਕੋਲ ਜੈਵਿਕ ਅਤੇ ਅਜੈਵਿਕ ਸਾਰੇ ਦੇ ਸਾਰੇ ਚੀਜ਼ਾਂ ਆਪਸ ਵਿੱਚ ਇੱਕ ਦੂਜੇ ਨਾਲ ਇੱਕ ਸਿਸਟਮ ਦੀ ਤਰ੍ਹਾਂ ਮਿਲ ਜੁਲ ਕੇ ਰਹਿੰਦੀਆਂ ਨੇ। Means an ecosystem is a community of living organisms in conjunction with the non-living components of their environment interacting as a system। ਕਿ ਅਜੈਵਿਕ ਅਤੇ ਜੈਵਿਕ ਚੀਜ਼ਾਂ ਆਪਸ ਦੇ ਵਿੱਚ ਮਿਲ ਜੁਲ ਕੇ ਇੱਕ ਸਿਸਟਮ ਦਾ ਨਿਰਮਾਣ ਕਰਦੀਆਂ ਨੇ। ਉਸ ਨੂੰ ਅਸੀਂ ਕੀ ਕਹਿੰਦੇ ਹਾਂ? ਈਕੋ ਸਿਸਟਮ ਕਹਿੰਦੇ ਹਾਂ। ਹੁਣ ਸਰਕਾਰ ਨੇ ਇੱਕ ਲਾਲ ਅੰਕੜਾ ਕਿਤਾਬ ਬਣਾਈ ਹੋਈ ਹੈ। ਇਸ ਲਾਲ ਅੰਕੜਾ ਕਿਤਾਬ ਦੇ ਵਿੱਚ ਅਸੀਂ ਉਹਨਾਂ ਪ੍ਰਜਾਤੀਆਂ ਨੂੰ ਰੱਖਦੇ ਹਾਂ ਜਿਹੜੀ ਕਿ ਖਾਤਮੇ ਦੀ ਕਗਾਰ 'ਤੇ ਹਨ। ਇਹਨਾਂ ਖਾਤਮੇ ਦੀ ਕਗਾਰ 'ਤੇ ਜਿਹੜੀਆਂ ਪ੍ਰਜਾਤੀਆਂ ਆਪਣੇ ਕੋਲ ਹੈਗੀਆਂ ਨੇ, ਉਹਨਾਂ ਨੂੰ ਅਸੀਂ ਉਹਨਾਂ ਦੀ ਡਿਟੇਲ ਅਸੀਂ ਲਾਲ ਅੰਕੜਾ ਕਿਤਾਬ ਦੇ ਵਿੱਚ ਜਿਹੜਾ ਹੈ ਉਹ ਦਰਜ ਕਰ ਲੈਂਦੇ ਹਾਂ, ਜਿਸ ਤੋਂ ਸਾਨੂੰ ਇਹ ਪਤਾ ਚੱਲ ਜਾਂਦਾ ਹੈ ਕਿ ਇਹਨਾਂ ਪ੍ਰਜਾਤੀਆਂ ਦੀ ਸੁਰੱਖਿਆ ਸਾਡੇ ਵਾਸਤੇ ਪਹਿਲੀ ਪ੍ਰਾਇਓਰਿਟੀ ਹੈ। ਜੇਕਰ ਅਸੀਂ ਇਹਨਾਂ ਪ੍ਰਜਾਤੀਆਂ ਦੀ ਸੁਰੱਖਿਆ ਨਾ ਕੀਤੀ ਤਾਂ ਇਹ ਪ੍ਰਜਾਤੀਆਂ ਆਉਣ ਵਾਲੇ ਸਮੇਂ ਦੇ ਵਿੱਚ ਅਲੋਪ ਹੋ ਸਕਦੀਆਂ ਹਨ। ਤਾਂ ਇਸ ਤਰ੍ਹਾਂ ਲਾਲ ਅੰਕੜਾ ਕਿਤਾਬ ਸਾਨੂੰ ਬਹੁਤ ਹੀ ਜ਼ਰੂਰੀ ਜਾਣਕਾਰੀ ਦਿੰਦੀ ਹੈ, ਜਿਹੜੀ ਕਿ ਵਿਭਿੰਨ ਪ੍ਰਜਾਤੀਆਂ ਨੂੰ ਖਾਤਮੇ ਦੀ ਕਗਾਰ ਤੋਂ ਬਚਾ ਸਕਦੀ ਹੈ। ਉਸ ਤੋਂ ਬਾਅਦ ਸਾਡੇ ਕੋਲ ਆਉਂਦਾ ਹੈ ਪ੍ਰਵਾਸੀ ਪੰਛੀ, ਯਾਨੀ ਕਿ ਮਾਈਗ੍ਰੇਟਰੀ ਬਰਡਸ। ਮਾਈਗ੍ਰੇਟਰੀ ਬਰਡਸ ਕਿਹੜੇ ਹੁੰਦੇ ਨੇ? ਮਾਈਗ੍ਰੇਟਰੀ ਬਰਡਸ ਜਾਂ ਫਿਰ ਪ੍ਰਵਾਸੀ ਪੰਛੀ ਉਹ ਪੰਛੀ ਹੁੰਦੇ ਨੇ ਜਿਹੜੇ ਕਿ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਚਲੇ ਜਾਂਦੇ ਨੇ। ਇਸ ਪ੍ਰਵਾਸ ਕਰਨ ਦਾ ਇੱਕ ਬਹੁਤ ਹੀ ਇੰਪੋਰਟੈਂਟ ਕਾਰਨ ਇਹ ਹੈ ਕਿ ਜਲਵਾਯੂ ਪਰਿਵਰਤਨ, ਕਲਾਈਮੇਟ ਚੇਂਜਸ। ਤਾਂ ਕੁਝ ਐਸੇ ਪੰਛੀ ਨੇ ਜਿਹੜੇ ਕਿ ਜਲਵਾਯੂ ਪਰਿਵਰਤਨ ਹੋਣ ਦੇ ਕਾਰਨ ਆਪਣੀ ਅਗਲੀ ਜਨਰੇਸ਼ਨ ਨੂੰ ਜਨਮ ਦੇਣ ਵਾਸਤੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਚਲੇ ਜਾਂਦੇ ਨੇ, ਜਾਂ ਫਿਰ ਆਪਣੇ ਖਾਣੇ ਦੀ ਜ਼ਰੂਰਤ ਨੂੰ ਪੂਰਾ ਕਰਨ ਵਾਸਤੇ ਇੱਕ ਜਗ੍ਹਾ ਨੂੰ ਦੂਸਰੀ ਜਗ੍ਹਾ
ਚਲੇ ਜਾਂਦੇ ਨੇ, ਤਾਂ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਪ੍ਰਵਾਸੀ ਪੰਛੀ ਜਾਂ ਫਿਰ ਮਾਈਗ੍ਰੇਟਰੀ ਬਰਡਸ। ਹੁਣ ਚਿੰਤਾ ਕਰਨ ਦੀ ਵੀ ਜ਼ਰੂਰਤ ਹੈ। ਕਿਉਂ? ਕਿਉਂਕਿ ਆਪਣੇ ਕੋਲ ਜਿਹੜਾ ਹੈ ਡੀਫੋਰੈਸਟੇਸ਼ਨ ਯਾਨੀ ਕਿ ਜੰਗਲਾਂ ਦੀ ਕਟਾਈ ਜਿਹੜੀ ਹੈ ਉਹ ਲਗਾਤਾਰ ਵੱਧ ਰਹੀ ਹੈ, ਜਿਹੜਾ ਕਿ ਸਾਡੇ ਰਹਿਣ ਸਹਿਣ ਦੇ ਤਰੀਕੇ ਨੂੰ, ਨਾ ਸਿਰਫ ਸਾਡੇ ਰਹਿਣ ਸਹਿਣ ਦੇ ਤਰੀਕੇ ਨੂੰ ਬਲਕਿ ਜਾਨਵਰਾਂ ਅਤੇ ਪੰਛੀਆਂ ਦੇ ਰਹਿਣ ਸਹਿਣ ਦੇ ਤਰੀਕੇ ਨੂੰ ਵੀ ਜਿਹੜਾ ਹੈ ਉਹ ਇਫੈਕਟ ਕਰ ਰਹੀ ਹੈ। ਹੁਣ ਸੋਲਿਊਸ਼ਨ ਕੀ ਹੈ? ਇਸ ਜੰਗਲਾਂ ਦੀ ਕਟਾਈ ਨੂੰ ਰੋਕਣ ਵਾਸਤੇ ਕੀ ਸੋਲਿਊਸ਼ਨ ਹੋ ਸਕਦਾ ਹੈ? ਜਾਂ ਤਾਂ ਗੌਰਮੈਂਟ ਕੁਛ ਇਹੋ ਜਿਹੇ ਰੂਲ ਬਣਾਵੇ ਕਿ ਜੰਗਲਾਂ ਦੀ ਕਟਾਈ ਰੋਕੀ ਜਾ ਸਕੇ, ਜਿੱਥੇ ਸਾਫ਼ ਪਤਾ ਚੱਲ ਰਿਹਾ ਹੈ ਕਿ ਕੋਈ ਬੰਦਾ ਗੁਨਾਹ ਕਰ ਰਿਹਾ ਹੈ ਤਾਂ ਉਸ ਨੂੰ ਰੋਕਣ ਵਾਸਤੇ ਜਿਹੜਾ ਹੈ ਉਹ ਕੁਛ ਰੂਲ ਹੋਣੇ ਚਾਹੀਦੇ ਨੇ। ਪੇੜਾਂ ਨੂੰ ਜਿਹੜਾ ਹੈ ਉਹ ਕਾਗਜ਼ ਵਾਸਤੇ ਬਹੁਤ ਹੀ ਘੱਟ ਕੱਟਿਆ ਜਾਣਾ ਚਾਹੀਦਾ ਹੈ। ਕਿਉਂ? ਕਿਉਂਕਿ ਆਪਣੇ ਕੋਲ 1 ਟਨ ਪੇਪਰ ਬਣਾਉਣ ਵਾਸਤੇ, 1 ਟਨ ਕਾਗਜ਼ ਬਣਾਉਣ ਵਾਸਤੇ 17 ਵੱਡੇ ਪੂਰੇ ਰੁੱਖਾਂ ਨੂੰ ਕੱਟਿਆ ਜਾਂਦਾ ਹੈ। ਤਾਂ ਇਹ ਬਹੁਤ ਹੀ ਚਿੰਤਾ ਕਰਨ ਵਾਲਾ ਵਿਸ਼ੇ ਹੈ। ਇੱਕ ਹੋਰ ਤਰੀਕਾ ਹੈ ਜਿਸ ਨਾਲ ਅਸੀਂ ਜੰਗਲਾਂ ਦੀ ਕਟਾਈ ਨੂੰ ਰੋਕ ਸਕਦੇ ਹਾਂ, ਉਹ ਇਹ ਹੈ ਕਿ ਅਸੀਂ ਦੂਜਿਆਂ ਨੂੰ ਜਿਹੜਾ ਹੈ ਉਹ ਐਜੂਕੇਟ ਕਰੀਏ। ਇਹੋ ਜਿਹੀ ਕੰਪਨੀਆਂ ਤੋਂ ਅਸੀਂ ਸਮਾਨ ਖਰੀਦੀਏ ਜਿਹੜੀ ਕਿ ਲੱਕੜ ਦੀ ਘੱਟ ਤੋਂ ਘੱਟ ਵਰਤੋਂ ਕਰਦੀਆਂ ਹੋਣ, ਤਾਂ ਅਸੀਂ ਆਪਣੇ ਆਪ ਦੀ ਡਿਪੈਂਡੈਂਸੀ, ਜਿਹੜੇ ਅਸੀਂ ਆਪਣੇ ਆਪ ਨੂੰ ਲੱਕੜ ਵਾਲੀ ਚੀਜ਼ਾਂ ਦੇ ਉੱਤੇ ਨਿਰਭਰ ਕੀਤਾ ਹੋਇਆ ਹੈ, ਸਾਡੀ ਉਹਨਾਂ ਦੇ ਉੱਤੇ ਨਿਰਭਰਤਾ ਜੇ ਘਟੇਗੀ ਤਾਂ ਅਸੀਂ ਜਿਹੜਾ ਹੈ ਉਹ ਜੰਗਲਾਂ ਦੀ ਕਟਾਈ ਨੂੰ ਰੋਕ ਸਕਦੇ ਹਾਂ। ਇਹ ਕੁਛ ਰਾਜੇ ਤੁਹਾਡੇ ਕੋਲ ਪ੍ਰੈਕਟਿਸ ਕੁਐਸਚਨ ਨੇ। ਆਪਣਾ ਅੱਜ ਦਾ ਜਿਹੜਾ ਚੈਪਟਰ ਹੈ ਉਹ ਖਤਮ ਹੋ ਚੁੱਕਿਆ ਹੈ। ਇਹਨਾਂ ਪ੍ਰੈਕਟਿਸ ਕੁਐਸਚਨਾਂ ਨੂੰ ਤੁਸੀਂ ਆਪਣੀ ਕਿਤਾਬ 'ਤੇ ਜ਼ਰੂਰ ਕਰਨਾ ਹੈ। ਸਾਰੇ ਦੇ ਸਾਰੇ ਆਪਾਂ ਪ੍ਰਸ਼ਨ ਜਿਹੜਾ ਹੈ ਉਹ ਕਰ ਲਏ ਨੇ। ਪਹਿਲਾ ਪ੍ਰਸ਼ਨ ਹੈ ਵਟ ਇਜ਼ ਡੀਫੋਰੈਸਟੇਸ਼ਨ, ਜੰਗਲਾਂ ਦੀ ਕਟਾਈ ਕੀ ਹੈ, ਵਟ ਆਰ ਇਟਸ ਐਡਵਰਸ ਇਫੈਕਟਸ, ਇਸ ਦੇ ਕੀ ਹਾਨੀਕਾਰਕ ਪਹਿਲੂ ਹੋ ਸਕਦੇ ਹਨ। ਦੂਸਰਾ ਹੈ ਵਟ ਆਰ ਬਾਇਓਸਫੀਅਰ ਰਿਜ਼ਰਵਸ, ਜੀਵ ਮੰਡਲ ਰਿਜ਼ਰਵ ਕੀ ਹੈ। ਨੇਮ 2 endangered species of animals, 2 ਐਸਜੀ ਪ੍ਰਜਾਤੀਆਂ ਦੇ ਨਾਮ ਦੱਸੋ ਜਿਹੜੀ ਕਿ ਖਾਤਮੇ ਦੀ ਕਗਾਰ 'ਤੇ ਹਨ। ਵਟ ਇਜ਼ ਰੈੱਡ ਡਾਟਾ ਬੁੱਕ, ਲਾਲ ਅੰਕੜਾ ਕਿਤਾਬ ਕੀ ਹੈ। ਹਾਊ ਕੈਨ ਦਾ ਡੀਫੋਰੈਸਟੇਸ਼ਨ ਬੀ ਰਿਡਿਊਸਡ, ਡੀਫੋਰੈਸਟੇਸ਼ਨ ਨੂੰ ਜਿਹੜਾ ਹੈ ਉਹ ਆਪਾਂ ਕਿਵੇਂ ਘਟਾ ਸਕਦੇ ਹਾਂ, ਜਾਂ ਫਿਰ ਜੰਗਲਾਂ ਦੀ ਕਟਾਈ ਨੂੰ ਆਪਾਂ ਕਿਵੇਂ ਘਟਾ ਸਕਦੇ ਹਾਂ। ਤਾਂ ਇਹਨਾਂ ਸਾਰੇ ਪ੍ਰਸ਼ਨਾਂ ਦਾ ਹੱਲ ਤੁਸੀਂ ਆਪਣੀ ਕਿਤਾਬ ਦੀ ਮਦਦ ਨਾਲ, ਕਿਤਾਬ ਤੋਂ ਪੜ੍ਹ ਕੇ ਚੰਗੀ ਤਰੀਕੇ ਨਾਲ ਆਪਣੀ ਕਾਪੀ 'ਤੇ ਲਿਖ ਲੈਣਾ ਹੈ। ਮੈਂ ਆਸ਼ਾ ਕਰਦਾ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਇਸ ਲੈਕਚਰ ਦੇ ਵਿੱਚ, ਇਸ ਕਲਾਸ ਦੇ ਵਿੱਚ ਤੁਹਾਨੂੰ ਬਹੁਤ ਮਜ਼ਾ ਆਇਆ ਹੋਵੇਗਾ। ਤਾਂ ਮਿਲਦੇ ਹਾਂ ਆਪਾਂ ਅਗਲੀ ਵਾਰੀ ਇੱਕ ਨਵੇਂ ਟੌਪਿਕ ਦੇ ਨਾਲ। ਤਦ ਤੱਕ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਅਤੇ ਸਾਰੇ ਹੀ ਆਪਣੇ ਸੁਰੱਖਿਅਤ ਰਹਿਣ।